सत श्री अकाल। मुद्दा यूएसए प्रोग्राम में तुहाडा स्वागत है। ਅੱਜ ਜਿਹੜਾ ਵਿਸ਼ਾ ਅਸੀਂ ਲੈ ਕੇ ਆਏ ਆ ਇਹ ਸਾਰੀ ਦੁਨੀਆ ਦੇ ਵਿੱਚ ਇਹਨੇ ਆਪਣਾ ਪ੍ਰਕੋਪ ਫੈਲਾਇਆ ਹੋਇਆ ਹੈ ਕੋਵਿਡ-19 ਬਾਰੇ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਤੇ ਅੱਜ ਵੀ ਇਸੇ ਤੇ ਆਧਾਰਿਤ ਸਾਡਾ ਇਹ ਪ੍ਰੋਗਰਾਮ ਰਹੇਗਾ। ਸਾਡੇ ਨਾਲ ਨਵਦੀਪ ਕੌਰ ਨੇ ਜੋ ਕਿ ਜਕਾਰਾ ਮੂਵਮੈਂਟ ਨਾਲ ਜੁੜੇ ਹੋਏ ਨੇ। ਜਕਾਰਾ ਮੂਵਮੈਂਟ ਬਾਰੇ ਮੈਂ ਥੋੜਾ ਜਿਹਾ ਇੱਥੇ ਦੱਸਣਾ ਚਾਹੁੰਦਾ ਕਿ ਜਕਾਰਾ ਮੂਵਮੈਂਟ ਜਿਹੜੀ ਹੈ ਉਹ ਪੰਜਾਬੀਅਤ ਲਈ ਅਤੇ ਸਿੱਖੀਜ਼ਮ ਲਈ बहुत काम कर रही है, बहुत वड्डे उपराले कर रही है और इस वेले कोविड-19 नूं लैके काफ़ी इन्हां दे वलंटीयर जिहड़े वो फील्ड विच ने, लोकां नूं जागरूक कर रहे हैं। वैक्सीनेशन जिथे हुंदी है या जिथे टेस्टिंग हुंदी है उत्थे वलंटीयर दा काम कर रहे हैं। इन्हां नाल गलबात करते हैं। तुहाडा स्वागत है जी PTC विच। और पिछली बार भी आपां डिस्कशन कीती सी कोविड दे, अज भी उही है इशू क्योंकि कोविड जिहड़ा वा डे बाई डे वो वध रहा वा, जो डेली केसिस है वो इनक्रीज़ हो रहे हैं। हालांकि वैक्सीन आ चुका है और वैक्सीन तो काफ़ी आसां भी ने, लोगों को वैक्सीन लगना भी शुरू हो गया। तुहाडा इस बारे की कहना है? हाँ जी, हले कोविड के केसेस तो बहुत वधन रहे आ। जिदा स्पैशली अपने हुण हॉलीडेज़ भी होके हटे आ, अपने कैलीफोर्निया अमरीका विच सारे पासे केसेस वधन रहे आ ते वैक्सीन भी आ रही आ पर ਉਹਦਾ ਜਿਹੜਾ ਰੋਲ ਆਊਟ ਆ ਸਕੈਜੂਲ ਉਹ ਵੀ ਹੌਲੀ ਹੌਲੀ ਇਸ ਵਕਤ ਚੱਲਣ ਰਿਹਾ ਆ। ਹਾਂ, ਹਲੇ ਫਿਲਹਾਲ ਜਿਹੜਾ ਜਦੋਂ ਵੈਕਸੀਨੇਸ਼ਨ ਸ਼ੁਰੂ ਹੋ ਗਈ ਹੈ ਔਰ ਦਸੰਬਰ ਦੇ ਵਿੱਚ ਸ਼ੁਰੂ ਹੋ ਗਈ ਸੀ ਵੈਕਸੀਨੇਸ਼ਨ ਜਿਹੜੀ ਹੈ ਔਰ ਸਟੇਟਸ ਨੂੰ हर स्टेट ਨੂੰ वैक्सीन चले गया सी और वैक्सीन लगना भी शुरू हो गया। फ्रंट लाइन वर्कर्स ਦੇ ਤਾਂ ਕਾਫੀ ਸਾਨੂੰ ਜਿਹੜੇ ਮਿਲੇ ਵੀ ਹੈ ਜਿਨ੍ਹਾਂ ਨੂੰ ਵੈਕਸੀਨ ਹੋ ਗਿਆ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਈਡ ਇਫੈਕਟ ਉਹਨਾਂ ਨੂੰ ਕੋਈ ਇਹੋ ਜਿਹਾ ਦੇਖਣ ਨੂੰ ਮਿਲਿਆ। ਲੇਕਿਨ ਤੁਸੀਂ ਕੀ ਸਮਝਦੇ ਹੋ ਵੀ ਕੀ ਵੈਕਸੀਨੇਸ਼ਨ ਦੀ ਜਿਹੜੀ ਡਿਸਟ੍ਰੀਬਿਊਸ਼ਨ ਆ ਉਹ ਸਹੀ ਹੋ ਰਹੀ ਹੈ ਜਾਂ ਜਿਹੜੀ ਆ ਵੈਕਸੀਨ ਸਹੀ ਲੱਗ ਰਹੇ ਨੇ ਜਿੰਨਾ ਕੁ ਸਰਕਾਰ ਨੇ ਇੱਕ ਆਪਣਾ ਟਾਰਗੇਟ ਫਿਕਸ ਕੀਤਾ ਸੀ? नहीं, इस वक्त नहीं लगन रही है। अपने जी 20 मिलियन गवर्नमेंट ने पहले कहा सीगा कि दिसंबर के एंड तक 20 मिलियन वैक्सीनेशंस हो जानी ਉਹਦੇ ਵਿੱਚੋਂ ਹਲੇ तक सिर्फ 4.2 मिलियन ही लगे आ। इट्स टू शॉर्ट। हाँ जी, ये तो जिदा ऑलमोस्ट 25% तो भी घट लगे आ, राइट है ना। एंड दैन कैलीफोर्निया च भी इदा ही आ कि आपां हले इत्थे सिर्फ 24 पॉइंट जिदा कोई परसेंट ही लगे आ, है ना। सो ऑलमोस्ट 25% वैक्सीनेशन होई आ। सो यही बहुत स्लो चलन रही आ लगन नूं। एंड ਇਹਦੇ ਵਿੱਚ आई मीन काफ़ी वजह आ। एक तो है जिदा अपनी गवर्नमेंट ਦਾ, राइट है ना। फैडरल गवर्नमेंट ਜਿਹੜੀ स्टेट गवर्नमेंट्स आ ਉਹਨਾਂ टू मच है ये ਸਕੈਟਰਡ, कोई प्लान नहीं हो। तो यही फैडरल गवर्नमेंट ने रिस्पॉन्सिबिलिटी चुकन की जरूरत है, फंडिंग आने की जरूरत है। सो बहुत ज़्यादा ਜਿਹੜੀਆਂ ਚੀਜ਼ਾਂ नहीं हो रही इस एडमिनिस्ट्रेशन के थले। होपफुली हुण जदों नवी अपनी नवा प्रेजिडेंट आऊगा एंड ऑफ दिस मंथ और जिदा है ना उन्होंने को कोई प्लान होगा, राइट है ना। एंड अपने फंडिंग होगी कि ओके ये हुण कढ़ना, क्योंकि जिस रेट में हुण चलन रहा आ फिर तो 10 साल बाद जाके सारिਆਂ ਨੂੰ ਲੱਗੂਗੀਆਂ ਜਿਹੜੇ ਆਪਣੇ ਆਪਾਂ ਚਾਹੁੰਦੇ ਕਿ ਐਟਲੀਸਟ 70% ਲੋਕਾਂ ਨੂੰ 70+ ਲੋਕਾਂ ਨੂੰ ਲੱਗ ਜੇ। ਉਹਦੇ ਨਾਲ ਹੀ ਹਰਡ ਇਮਿਊਨਿਟੀ ਬਣਦੀ ਆ, ਰਾਈਟ। ਉਹਦੇ ਨਾਲ ਹੀ ਆਪਾਂ ਸਾਰਿਆਂ ਨੂੰ ਜਦ ਲੱਗੂਗੀ ਫਿਰ ਆਪਣੀ ਸਾਰਿਆਂ ਦੀ ਇਮਿਊਨ ਸਿਸਟਮ ਸਟਰੋਂਗ ਹੋਏਗਾ, ਰਾਈਟ। ਐਂਡ ਦੈਨ पर ਜਿਹੜੇ ਹੁਣ ਇਸ ਵਕਤ ਤੇ ਆਪਾਂ ਚੱਲਣ ਰਹੇ ਆ ਰੇਟ ਤੇ, ਉਹ ਰੇਟ ਤੇ ਤਾਂ ਜਾ ਕੇ 10 ਸਾਲ ਲੱਗ ਜਾਣੇ ਆ। ਡੈਫੀਨੇਟਲੀ ਉਹ ਤਾਂ 10 ਸਾਲ ਲੱਗ ਜਾਣੇ ਕਿਉਂਕਿ 70% ਵੀ ਗਵਰਨਮੈਂਟ ਨੇ ਇਸ ਕਰਕੇ ਜਿਹੜੇ ਸਾਇੰਟਿਸਟ ਸੀਗੇ ਜਾਂ ਜਿਹੜੇ ਰਿਸਰਚਰਸ ਸੀਗੇ ਉਹਨਾਂ ਨੇ ਇਹ ਦੇਖਿਆ ਸੀ ਵੀ 70% ਮਿਨੀਮਮ ਜਿਹੜਾ ਵਾ ਪਾਪੂਲੇਸ਼ਨ ਆ ਜੇ ਉਹ ਵੈਕਸੀਨੇਟ ਹੋ ਜਾਂਦੀ ਆ ਤੇ ਫਿਰ ਇਮਿਊਨ ਸਿਸਟਮ ਉਹਨਾਂ 70% ਲੋਕਾਂ ਦਾ ਬਣ ਜਾਏਗਾ ਤਾਂ ਕਿ ਜਿਹੜੇ 30% ਆ ਉਹਨਾਂ ਨੂੰ ਇੰਪੈਕਟ ਨਾ ਕਰ ਸਕਣ ਔਰ ਫੈਲੇ ਨਾ। ਲੇਕਿਨ ਜਿਸ ਕੰਡੀਸ਼ਨ 'ਚ ਹੁਣ ਚੱਲ ਰਿਹਾ ਵਾ ਔਰ ਇਹਦੇ ਵਿੱਚ ਤਾਂ ਹੁਣ ਇਹ ਵੀ ਆ ਰਿਹਾ ਕਿ ਇਹਨੂੰ ਸਟੋਰੇਜ ਕਰਨ ਦੀ ਵੀ ਪ੍ਰੋਬਲਮ ਹੋ ਰਹੀ ਹੈ। ਕਈ ਹਸਪੀਟਲ ਜਾਂ ਜਿਹੜੇ ਕਲੀਨਿਕ ਸੈਂਟਰਸ ਜਿੱਥੇ ਵੈਕਸੀਨੇਸ਼ਨ ਹੋ ਰਿਹਾ ਉੱਥੇ ਵੀ ਪਤਾ ਲੱਗਾ ਵੀ ਡੋਜ਼ ਵੇਸਟ ਵੀ ਹੋ ਗਈਆਂ। ਇੱਦਾਂ ਦੀਆਂ ਵੀ ਖਬਰਾਂ ਆਈਆਂ। ਹਾਲਾਂਕਿ ਇਸ ਵੇਲੇ ਇਹਨੂੰ ਜੇ ਲਿਕੁਇਡ ਗੋਲਡ ਕਿਹਾ ਜਾਵੇ ਵੈਕਸੀਨ ਨੂੰ ਤੇ ਇਹ ਗਲਤ ਨਹੀਂ ਹੋਏਗਾ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਹੋਏਗੀ। ਹਰ ਕੋਈ ਚਾਹੇਗਾ ਵੀ ਵੈਕਸੀਨ ਮੈਨੂੰ ਪਹਿਲਾਂ ਲੱਗ ਜਾਵੇ। ਲੇਕਿਨ ਜਦੋਂ ਡੋਜ਼ ਦੀ ਵੇਸਟੇਜ ਹੁੰਦੀ ਆ ਉਹ ਬਹੁਤ ਬੁਰਾ ਲੱਗਦਾ। ਇਹੋ ਜਿਹੇ ਮਾਮਲੇ 'ਚ ਕੀ ਤੁਹਾਡੇ ਨਜ਼ਰਾਂ 'ਚ ਵੀ ਆਏ ਇਹੋ ਜਿਹੇ ਮਾਮਲੇ? ਹਾਂਜੀ, ਸੋ ਆਈ ਮੀਨ like thankfully ਇੰਨਾ ਜ਼ਿਆਦਾ ਨਹੀਂ ਹੋਇਆ, ਰਾਈਟ ਹੈ ਨਾ। ਹਾਂ, ਇੰਨਾ ਜ਼ਿਆਦਾ ਨਹੀਂ ਹੋਇਆ, ਕਿਤੇ ਹੋਇਆ। ਸੋ ਬਟ ਇਹੀ ਤਾਂ ਬਹੁਤ ਜ਼ਰੂਰਤ ਹੈ ਕਿਉਂਕਿ ਇਸ ਵਕਤ ਆਪਣੇ ਅਮਰੀਕਾ ਵਿੱਚ ਇੱਕ ਹੈਗੀ ਆ ਮੋਡਰਨਾ ਵੈਕਸੀਨ, ਇੱਕ ਹੈਗੀ ਆ ਫਾਈਜ਼ਰ, ਰਾਈਟ ਹੈ ਨਾ। ਸੋ ਦੋ ਆ। ਜਿਹੜੀ ਆਪਣੀ ਫਾਈਜ਼ਰ ਆ ਉਹਨੂੰ ਚਾਹੀਦਾ ਆ ਕਿ ਜਿੱਦਾਂ
-70 ਡਿਗਰੀ ਉੱਪਰ ਸਟੋਰ ਕੀਤਾ ਜਾਵੇ ਤਾਂ ਉਹਦੇ ਲਈ ਵੀ ਜਿੱਦਾਂ ਹੁਣ ਗਵਰਨਮੈਂਟ ਵੱਲੋਂ ਸਟੋਰੇਜ ਰੂਮ ਜਾਂ ਫਿਰ ਇੱਦਾਂ ਨਾ ਪ੍ਰੈਪਰੇਸ਼ਨ ਇੰਨੀ ਜ਼ਿਆਦਾ ਹੋਈ ਨਹੀਂ ਆ ਰਾਈਟ ਜਿਹੜੀ ਚਾਹੀਦੀ ਆ ਉਹ ਤਾਂ ਜਿੱਦਾਂ ਵੈਰੀ ਕੋਲਡ ਏਰੀਆ ਜਿਹੜੀ ਮੋਡਰਨਾ ਆ ਉਹ ਜਿੱਦਾਂ -20 ਡਿਗਰੀ ਆ ਉਹ ਨਾਰਮਲ ਫ੍ਰਿਜ 'ਚ ਵੀ ਇੱਦਾਂ ਰੱਖ ਹੋ ਸਕਦੀ ਆ ਰਾਈਟ ਹੈ ਨਾ ਸੋ ਇਹ ਚੀਜ਼ਾਂ ਕਰਕੇ ਸਲੋ ਡਾਊਨ ਵੀ ਆ ਰਾਈਟ ਹੈ ਨਾ ਇਹਨਾਂ ਨੂੰ ਉੱਪਰ ਆਪਣੇ ਹੈਲਥ ਕੇਅਰ ਜਿਹੜਾ ਸਿਸਟਮ ਆ ਉਹਦੇ ਉੱਪਰ ਇੰਨਾ ਇੰਪੈਕਟ ਪੈਣ ਰਿਹਾ ਆ ਕੋਵਿਡ ਕਰਕੇ ਜਿਹੜੇ ਕੋਵਿਡ ਦੇ ਇੰਨੇ ਜ਼ਿਆਦਾ ਕੇਸ ਵਧੇ ਆ ਰਾਈਟ ਹੈ ਨਾ ਆਪਣੇ ਇੰਨੇ ਜ਼ਿਆਦਾ ਜਿਹੜੇ ਕੇਸ ਵਧੇ ਉਹਦੇ ਨਾਲ ਜਿਹੜੀ ਆਪਣੇ ਹੈਲਥ ਕੇਅਰ ਵਰਕਰਸ ਆ ਉਹ ਵੀ ਸਿੱਕ ਹੋ ਜਾਂਦੇ ਆ ਉਹਨਾਂ ਨੂੰ ਕੁਆਰੰਟਾਈਨ ਕਰਨਾ ਪੈਂਦਾ ਤਾਂ ਉਹ ਹਸਪੀਟਲਸ ਉੱਪਰ ਉਹਨਾਂ ਦੀ ਕਪੈਸਿਟੀ ਉੱਪਰ ਇੰਨਾ ਇੰਪੈਕਟ ਪੈਂਦਾ ਤਾਂ ਇਹਦੇ ਨਾਲ ਵੀ ਰੋਲ ਆਊਟ ਜਿੱਦਾਂ ਹੌਲੀ ਹੋਣ ਰਿਹਾ ਆ ਰਾਈਟ ਹੈ ਨਾ ਬਟ ਅਦਰ ਦੈਨ ਦੈਟ ਮੇਨ ਚੀਜ਼ ਤਾਂ ਹੈਗੀ ਕਿ ਗਵਰਨਮੈਂਟ ਕੋ ਇਸ ਵਕਤ ਕੋਈ ਚੰਗਾ ਪਲਾਨ ਨਹੀਂ ਸੀਗਾ ਤਾਂ ਹੁਣ ਐਸ ਹੋਪਫੁਲੀ ਉਹਦਾ ਮੈਂ ਸਮਝਦਾ ਉਹਦਾ ਕਾਰਨ ਵੀ ਇੱਕ ਸੀਗਾ ਕਿਉਂਕਿ ਜਿਸ ਮੇਰੇ ਖਿਆਲ ਇਹ ਹਿਸਟਰੀ ਹੋਏਗੀ ਵੀ ਜਿਸ ਤਰੀਕੇ ਨਾਲ ਵੈਕਸੀਨ ਅਪਰੂਵ ਹੋ ਗਈ ਜਿੰਨੇ ਘੱਟ ਸਮੇਂ 'ਚ ਵੈਕਸੀਨ ਅਪਰੂਵ ਹੋਈ ਮੇਰੇ ਖਿਆਲ ਅੱਜ ਤੱਕ ਇਹੋ ਜਿਹਾ ਹਿਸਟਰੀ ਦੇ ਵਿੱਚ ਨਹੀਂ ਹੋਏਗਾ ਵੀ ਜਿੰਨੇ ਬਹੁਤ ਘੱਟ ਸਮੇਂ 'ਚ ਅਪਰੂਵਲ ਮਿਲ ਗਈ ਐਮਰਜੈਂਸੀ ਯੂਜ਼ ਦੀ ਔਰ ਯੂਜ਼ੇਜ ਸ਼ੁਰੂ ਵੀ ਕਰ ਦਿੱਤੀ ਗਈ ਇੰਪਲੀਮੈਂਟੇਸ਼ਨ ਵੀ ਹੋ ਗਈ ਲੇਕਿਨ ਹਾਂ ਉਹਨੇ ਘੱਟ ਸਮੇਂ 'ਚ ਮੈਨੂੰ ਲੱਗਦਾ ਕਿ ਜਿੱਦਾਂ -70 ਡਿਗਰੀ ਟੈਂਪਰੇਚਰ ਚਾਹੀਦਾ ਇਹਨੂੰ ਸਟੋਰ ਕਰਨ ਲਈ ਵੀ ਉਹ ਆਪਾਂ ਰਿਸੋਰਸਿਸ ਉਹਨੇ ਨੂੰ ਖੜੇ ਨਹੀਂ ਕਰ ਸਕੇ ਔਰ ਉਹਨੂੰ ਦੇਖਦੇ ਹੋਏ ਇਹ ਦਿੱਕਤ ਜਿਹੜੀ ਆ ਰਹੀ ਹੈ ਸਹੀ ਆ ਪਰ ਇਵਨ ਦੋ ਆਪਣੇ ਘੱਟ ਸਮੇਂ 'ਚ ਹੋ ਗਈ ਆ ਰਾਈਟ ਹੈ ਨਾ ਆਪਾਂ ਇਹ ਨਾ ਵਹਿਮ ਸੋਚੀਏ ਕਿ ਹੈ ਨਾ ਇਹ ਸੇਫ ਨਹੀਂ ਆ ਰਾਈਟ ਹੈ ਨਾ ਇਹ ਬਹੁਤ ਲੋਕਾਂ ਦੇ ਵਿੱਚ ਇਹ ਵੀ ਪ੍ਰਭਾਵ ਹੈਗਾ ਕਾਫੀ ਲੋਕਾਂ ਨੇ ਰਿਫਿਊਜ਼ ਕਰਤਾ ਵੈਕਸੀਨ ਲੈਣ ਤੋਂ ਕਿ ਇਹਦੇ ਸਾਈਡ ਇਫੈਕਟਸ ਨੇ ਹਾਂਜੀ ਸੋ ਜਿਹੜੀ ਆਹ ਵੈਕਸੀਨ ਘੱਟ ਸਮੇਂ 'ਚ ਤਾਂ ਕਰਕੇ ਪ੍ਰਪੇਅਰ ਹੋ ਗਈ ਆ ਬਿਕਾਜ਼ ਸਾਰੀ ਦੁਨੀਆ ਨਾ ਇਕੱਲੀ ਅਮਰੀਕਾ ਸਾਰੀ ਦੁਨੀਆ ਇਹ ਪੈਂਡੈਮਿਕ ਸੀਗਾ ਇਕੱਠੇ ਆ ਕੇ ਪੈਸੇ ਇੰਨੇ ਜ਼ਿਆਦਾ ਲਾਏ ਆ ਰਾਈਟ ਸਾਇੰਸ 'ਚ ਤਾਂ ਪਹਿਲੀ ਗੱਲ ਆ ਗ੍ਰਾਂਟ ਲੈਣ ਨੂੰ ਫੰਡਿੰਗ ਲੈਣ ਨੂੰ ਵਕਤ ਇੰਨਾ ਜ਼ਿਆਦਾ ਲੱਗ ਜਾਂਦਾ ਆ ਸੋ ਉਹਨਾਂ ਸਾਰਿਆਂ ਨੇ ਗ੍ਰਾਂਟ ਸਿੱਧਾ ਇਕੱਠੇ ਕੀਤੇ ਆ ਜਿਹੜੇ ਹੈ ਨਾ ਇੰਨੇ ਛੇਤੀ ਪੈਸੇ ਆ ਗਏ ਤਾਂ ਕਰਕੇ ਸਾਇੰਟਿਸਟ ਵਰਕ ਕਰਨ ਲੱਗ ਪਏ ਤਾਂ ਜਿਹੜੀ ਆਹ mRNA ਆ ਵੈਕਸੀਨ ਰਾਈਟ ਇਹ ਆਲਰੇਡੀ ਸਾਇੰਟਿਸਟ ਪਹਿਲਾਂ ਤੋਂ ਇੰਨੇ ਸਾਲ ਹੋ ਗਏ ਕੰਮ ਕਰ ਰਹੇ ਸੀ ਕਿ ਓਕੇ ਸੋ ਉਹਨਾਂ ਦੀ ਜਿਹੜੀ ਪਹਿਲੇ ਕੀਤੀ ਰਿਸਰਚ ਤੇ ਨਾਲ ਹੁਣ ਇੰਨੀ ਜ਼ਿਆਦਾ ਫੰਡਿੰਗ ਉਹਦੇ ਨਾਲ ਆ ਗਏ ਰਾਈਟ ਹੈ ਨਾ ਸੋ ਤਾਂ ਕਰਕੇ ਇੰਨੀ ਛੇਤੀ ਆਈ ਹੈ ਬਟ ਜਿਹੜੇ ਰਿਐਕਸ਼ਨਸ ਹੋਣ ਰਹੇ ਆ ਆਪਣੇ ਜਿਹੜੇ ਵੈਕਸੀਨ ਦੇ ਰਿਐਕਸ਼ਨ ਇਹ ਵੈਰੀ ਬੇਸਿਕ ਆ ਜਿਹੜੇ ਹਰੇਕ ਵੈਕਸੀਨ ਨਾਲ ਹੁੰਦੇ ਆ ਜਦੋਂ ਆਪਾਂ ਫਲੂ ਸ਼ਾਟ ਵੀ ਲੈਂਦੇ ਆ ਆਪਣੀ ਬਾਂਹ ਦੁਖਦੀ ਆ ਕੋਈ ਲੋਕਾਂ ਨੂੰ ਬੁਖਾਰ ਹੋ ਜਾਂਦਾ ਆ ਕਿਸੇ ਨੂੰ ਕੋਈ ਚਿਲਸ ਹੋ ਜਾਂਦੇ ਆ ਇਹਦਾ ਮਤਲਬ ਇਹ ਨਹੀਂ ਕਿ ਉਹ ਵੈਕਸੀਨ ਖਰਾਬ ਆ ਇਹਦਾ ਮਤਲਬ ਵੈਕਸੀਨ ਐਕਚੁਅਲੀ ਕੰਮ ਕਰਦੀ ਤੁਹਾਡੀ ਬਾਡੀ 'ਚ ਐਂਟੀਬਾਡੀਜ਼ ਬਣ ਰਹੀਆਂ ਆ ਰਾਈਟ ਹੈ ਨਾ ਤੁਹਾਡੀ ਬਾਡੀ ਕੁਝ ਚੇਂਜ ਹੋਣ ਰਿਹਾ ਤਾਂ ਉਹ ਫਾਈਟ ਕਰ ਰਹੀ ਆ ਰਾਈਟ ਹੈ ਨਾ ਉਹ ਜਿੱਦਾਂ ਬਣਾਉਣ ਰਹੀ ਐਂਟੀਬਾਡੀਜ਼ ਤਾਂ ਇਹ ਨੋਰਮਲ ਆ ਰਾਈਟ ਸਾਰੀਆਂ ਜਿੱਦਾਂ ਕੋਈ ਵੀ ਹੋਵੇ ਆਪਣੀ ਬਾਡੀ ਦੁਖਣ ਜਾਂ ਫਿਰ ਦਾ ਫਿਊ ਡੇਜ਼ ਲਈ these are normal things ਜਿਹੜੇ ਕੋਈ ਐਕਸਟ੍ਰੀਮ ਰਿਐਕਸ਼ਨਸ ਹੁੰਦੇ ਵੀ ਆ ਸਵੀਅਰ ਰਿਐਕਸ਼ਨਸ ਉਹਨੂੰ ਜਿਹੜੇ ਕਹਿੰਦੇ ਜਿੱਥੇ ਗਲ ਘੁੱਟ ਹੁੰਦਾ ਆ ਆਪਣੇ ਸਾਹ ਨਹੀਂ ਹੁੰਦਾ ਉਹ ਚੀਜ਼ ਲਈ ਜੇ ਇੱਦਾਂ ਹੋਵੇ ਜਦ ਤੁਸੀਂ ਵੈਕਸੀਨ ਤੁਹਾਡੀ ਵਕਤ ਆਊਗਾ ਤਾਂ ਤੁਸੀਂ ਲਵਾਓਗੇ ਜਦ ਤੁਸੀਂ ਵੈਕਸੀਨ ਆਉਂਦੇ ਹੋ ਤੁਹਾਨੂੰ ਉੱਥੇ 20 ਮਿੰਟ ਲਈ ਰੱਖਦੇ ਆ ਮੋਨੀਟਰ ਕਰਦੇ ਆ ਤਾਂ ਜੇ ਕਦੀ ਕੋਈ ਇਹਦਾ ਸਵੀਅਰ ਰਿਐਕਸ਼ਨ ਹੋਵੇ ਵੀ ਉਹ ਸਵੀਅਰ ਰਿਐਕਸ਼ਨ ਆਪਾਂ ਡਾਕਟਰਸ ਬਹੁਤ ਛੇਤੀ ਉੱਥੇ ਟ੍ਰੀਟ ਕਰ ਸਕਦੇ ਆ ਰਾਈਟ ਜਕਾਰਾ ਮੂਵਮੈਂਟ ਜਿੱਦਾਂ ਕਿ ਕਿਸ ਤਰ੍ਹਾਂ ਦਾ ਤੁਸੀਂ ਵਲੰਟੀਅਰ ਵਰਕ ਕਰਦੇ ਹੋ ਕੋਵਿਡ-19 ਦੇ ਵਿੱਚ ਹਾਂਜੀ ਸੋ ਸਾਡਾ ਜਿਹੜਾ ਆ ਅਸੀਂ ਜ਼ਿਆਦਾ ਫ੍ਰਿਜ਼ਨੋ ਕਾਉਂਟੀ 'ਚ ਕੰਮ ਕਰਦੇ ਆ ਤੇ ਅਸੀਂ ਫ੍ਰਿਜ਼ਨੋ ਕਾਉਂਟੀ 'ਚ ਅਲੱਗ-ਅਲੱਗ ਥਾਂ ਟੈਸਟਿੰਗ ਸਾਈਟਸ ਲਾਉਂਦੇ ਆ ਤਾਂ ਜਿੱਥੇ ਟੈਸਟਿੰਗ ਸਾਈਟਸ ਹੁੰਦੇ ਉੱਥੇ ਜਾ ਕੇ ਮਦਦ ਕਰਦੇ ਜੇ ਆਪਣੇ ਕੋਈ ਭਾਈਚਾਰੇ ਤੋਂ ਆ ਜਾਵੇ ਤਾਂ ਉਹਨਾਂ ਨੂੰ ਸਮਝ ਨਾ ਆਵੇ ਉਹਨਾਂ ਨੂੰ ਪੰਜਾਬੀ 'ਚ ਦੱਸਦੇ ਆ ਸਮਝਾਉਂਦੇ ਆ ਰਾਈਟ ਹੈ ਨਾ ਐਂਡ ਦੈਨ ਫਿਰ ਉਸ ਤੋਂ ਬਾਅਦ ਜੇ ਕੋਈ ਜਣਾ ਟੈਸਟ ਪੋਜ਼ਿਟਿਵ ਕਰ ਲੈਣ ਤਾਂ ਫਿਰ ਸਿਟੀ ਕਾਉਂਟੀ ਦੇ ਸਿਸਟਮ ਵਿੱਚ ਆ ਜਾਣ ਰਾਈਟ ਫਿਰ ਅਸੀਂ ਉਹਨਾਂ ਨੂੰ ਫੋਨ ਕਰਕੇ ਦੱਸਦੇ ਆ ਆਈਸੋਲੇਸ਼ਨ ਕਿੱਦਾਂ ਕਰਨਾ ਅਲੱਗ ਕਿੱਦਾਂ ਰਹਿਣਾ ਬਾਕੀ ਪਰਿਵਾਰ ਤੋਂ ਜੇ ਇਕੱਲੇ ਤੁਸੀਂ ਆ ਪੋਜ਼ਿਟਿਵ ਫਿਰ ਕਿੱਦਾਂ ਡੀਲ ਕਰਨਾ ਆ ਤੇ ਨਾਲ ਹੀ ਅਸੀਂ ਪੁੱਛਦੇ ਕਿ ਪਿਛਲੇ 2 ਦਿਨਾਂ 'ਚ 48 ਆਵਰ ਹੈ ਨਾ ਤੁਹਾਡੇ ਲੱਛਣ ਆਉਣ ਤੋਂ ਪਹਿਲਾਂ 2 ਦਿਨ ਤੁਸੀਂ ਕਿਹਦੇ ਨਾਲ ਤੁਸੀਂ ਘੁੰਮੇ ਫਿਰੇ ਸੀ ਫਿਰ ਕਿ ਅਸੀਂ ਉਹਨਾਂ ਨੂੰ ਵੀ ਫੋਨ ਕਰਕੇ ਦੱਸਦੇ ਕਿ ਤੁਸੀਂ ਆਪਣਾ ਕੁਆਰੰਟਾਈਨ ਕਰ ਲਓ ਅੰਦਰ ਰਹਿ ਲਓ ਰਾਈਟ ਹੈ ਨਾ ਐਂਡ ਦੈਨ ਜਾ ਕੇ ਇੱਕ ਟੈਸਟ ਵੀ ਕਰਾਇਆ ਵਾ ਕਿਉਂਕਿ ਤੁਸੀਂ ਇੱਦਾਂ ਕੰਟੈਕਟ 'ਚ ਆਏ ਅਸੀਂ ਇਹ ਨਹੀਂ ਦੱਸਦੇ ਹੈਗੇ ਕਿ ਕਿਤੋਂ ਤੁਸੀਂ ਕੰਟੈਕਟ ਆਏ ਆ ਇਹ ਸਭ ਕੁਝ ਪ੍ਰਾਈਵੇਟ ਹੁੰਦਾ ਇਹ ਅਨੋਨਿਮਸ ਹੈ ਜਿੱਦਾਂ ਹੁੰਦੀ ਤੁਹਾਡੀ ਆਈਡੈਂਟੀਟੀ ਪਰ ਉਹਨਾਂ ਦੀ ਸੁਰੱਖਿਆ ਲਈ ਰਾਈਟ ਹੈ ਨਾ ਅਸੀਂ ਉਹਨਾਂ ਨੂੰ ਵੀ ਦੱਸ ਦਿੰਦੇ ਕਿ ਹਾਂਜੀ ਤੁਸੀਂ ਕਿਸੇ ਨਾਲ ਆਏ ਸੀਗੇ ਜਾ ਕੇ ਤੁਸੀਂ ਆਪਣੇ ਟੈਸਟ ਕਰ ਲਓ ਸੋ ਇੱਦਾਂ ਆਪਾਂ ਚੇਨ ਦੇਖਦੇ ਹਾਂ ਕਿੱਦਾਂ ਬਿਲਡਅਪ ਹੁੰਦੀ ਹੈ ਤਾਂ ਕਿੱਦਾਂ ਫੈਲਦੀ ਆ ਰਾਈਟ ਕਿੱਦਾਂ ਕੋਵਿਡ ਫੈਲਦਾ ਆ ਤਾਂ ਉਹਨੂੰ
ਸਟਾਪ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਬਾਕੀਆਂ ਨੂੰ ਜਾਗਰੂਕ ਰੱਖੀਏ ਤੇ ਆਪਾਂ ਕਰੀਏ ਕਿ ਹਾਂਜੀ ਤੁਸੀਂ ਆਪਣੇ ਘਰ ਰਹੋ ਹਨਾ। ਔਰ ਜਿੱਦਾਂ ਕਿ ਇਹ ਤਾਂ ਤੁਸੀਂ ਉਹਨਾਂ ਨੂੰ ਸੁਚੇਤ ਕਰ ਦਿੱਤਾ ਵੀ ਜਿਹੜੇ ਉਹਨਾਂ ਦੇ ਕੰਟੈਕਟ ਚ ਆਏ ਆਲਰੇਡੀ ਇੱਕ ਪੋਜ਼ਿਟਿਵ ਕੇਸ ਬਾਰੇ COVID-19 ਦੇ ਪੋਜ਼ਿਟਿਵ ਕੇਸ ਬਾਰੇ ਤੁਹਾਨੂੰ ਫ੍ਰੈਜ਼ਨੋ ਕਾਉਂਟੀ ਦੀ ਤੋਂ ਪਤਾ ਲੱਗ ਗਿਆ, ਉਹ ਹੁਣ ਟ੍ਰੇਸ ਕਰ ਲਿਆ ਤੁਸੀਂ ਫੋਨ ਤੇ ਉਹਨੂੰ ਫਿਰ ਦੱਸਦੇ ਆ ਜਾਂ ਉਹਦੇ ਜਿਹੜੇ ਸੰਪਰਕ ਚ ਆਏ ਉਹਨਾਂ ਨੂੰ ਤੁਸੀਂ ਸੁਚੇਤ ਕਰ ਦਿੰਦੇ ਆ ਕਿ ਇਹਦੇ ਚ ਇਹ ਵੀ ਤੁਸੀਂ ਕਰਦੇ ਆ ਕਿ ਉਹ ਕਿਹਦੇ ਸੰਪਰਕ ਚ ਆਇਆ ਸੀ ਵੀ ਕੀ ਉਹ ਵੀ ਪੋਜ਼ਿਟਿਵ ਸੀ? ਹਾਂਜੀ, ਜੇ ਦੇਖੋ ਤੁਸੀਂ ਹਾਂਜੀ ਆਈ ਮੀਨ ਉਹਨਾਂ ਨੂੰ ਜੇ ਤੁਸੀਂ ਜਿੱਦਾਂ ਹੁਣ ਕਹਿ ਲਓ ਕਿ ਜਿਹੜਾ ਦੂਸਰਾ ਬੰਦਾ ਆ ਜਿਹੜੇ ਸੰਪਰਕ ਆਇਆ ਉਹ ਜਾ ਕੇ ਟੈਸਟ ਕਰਿਆ ਹੋਵੇ ਉਹ ਵੀ ਪੋਜ਼ਿਟਿਵ ਹੋਵੇ ਹਨਾ, ਫਿਰ ਉਹਨਾਂ ਦੇ ਗਾਹਾਂ ਜਿਹੜੇ ਉਹ ਕਿਹਦੇ ਨਾਲ ਸੀ ਉਹਨਾਂ ਦੇ ਪਰਿਵਾਰ ਜਾਂ ਫਿਰ ਉਹਨਾਂ ਨੂੰ ਵੀ ਫਿਰ ਫੋਨ ਕਰਕੇ ਅਸੀਂ ਦੱਸੀਦਾ ਰਾਈਟ ਹਨਾ। ਸੋ ਪਰ ਜਿੱਥੋਂ ਪਹਿਲਾਂ ਪੋਜ਼ਿਟਿਵ ਸ਼ੁਰੂ ਹੁੰਦਾ ਤਾਂ ਉਹ ਕਿਤੋਂ ਆਇਆ ਉੱਥੇ ਤੱਕ ਨਹੀਂ ਜਾਈਦਾ, ਪਰ ਗਾਹਾਂ ਕਿਹਦੇ ਕੋਲ ਜਾਂਦਾ ਆ ਉਹਨਾਂ ਤੱਕ ਵੀ ਅੱਗੇ ਚੇਨ ਨੂੰ ਰੋਕਿਆ ਜਾ ਸਕੇ। ਅੱਛਾ, ਇਹਦੇ ਚ ਕੈਲੀਫੋਰਨੀਆ ਸਟੇਟ ਨੇ ਇੱਕ ਐਪ ਵੀ ਲਾਂਚ ਕੀਤੀ ਸੀ ਜਿਹਦੇ ਗਵਰਨਰ ਨੇ ਅਨਾਉਂਸ ਕੀਤੀ ਸੀ, ਗੈਵਿਨ ਨਿਊਸਮ ਨੇ, ਔਰ ਉਹਨਾਂ ਨੇ ਕਿਹਾ ਸੀਗਾ ਵੀ ਇਹ ਐਪ ਡਾਊਨਲੋਡ ਕਰ ਲਓ, ਇਹ ਤੁਹਾਨੂੰ ਇੱਕ ਅਲਰਟ ਮੈਸੇਜ ਦੇ ਦੇਗੀ ਜੇ ਤੁਸੀਂ ਕਿਸੇ ਦੇ ਪੋਜ਼ਿਟਿਵ ਕੇਸ ਦੇ ਕੰਟੈਕਟ ਵਿੱਚ ਆਉਂਦੇ ਆ। ਸੀਏ ਨੋਟੀਫਾਈ ਕਰਕੇ ਐਪ ਸੀਗੀ, ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ? ਤੁਸੀਂ ਵੀ ਉਦੋਂ ਕਾਫੀ ਪ੍ਰਮੋਟ ਕੀਤਾ ਇਸ ਐਪ ਨੂੰ ਵੀ ਇਹ ਵੱਧ ਤੋਂ ਵੱਧ ਲੋਕ ਜਕਾਰਾ ਮੂਵਮੈਂਟ ਵੱਲੋਂ ਵੀ ਵੱਧ ਤੋਂ ਵੱਧ ਲੋਕ ਇਸ ਨੂੰ ਆਪਣੇ ਮੋਬਾਈਲ 'ਚ ਡਾਊਨਲੋਡ ਕਰਨ, ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਦੇਖਣ ਨੂੰ ਮਿਲਿਆ ਕੁਝ? ਸੋ ਆਈ ਮੀਨ ਜਿਹੜੀ ਐਪ ਆ ਇੰਨਾ ਨਹੀਂ ਲੱਗਾ ਕਿ ਲੋਕਾਂ ਨੇ ਡਾਊਨਲੋਡ ਕੀਤੀ, ਉਹ ਚੱਲੀ ਨਹੀਂ ਉਹ, ਪਰ ਉਹ ਚੱਲਣੀ ਸਿਰਫ ਤਾਂ ਕਰਕੇ ਸੀ ਜੇ ਆਪਾਂ ਸਾਰੇ ਡਾਊਨਲੋਡ ਕਰਦੇ ਜਾਂ ਫਿਰ ਜੇ ਆਪਣੇ ਕੋਲ ਆਈਫੋਨ ਆ ਉਹਨੂੰ ਤੁਹਾਡੇ ਫੋਨ ਦੇ ਵਿੱਚ ਹੀ ਆ ਸੈਟਿੰਗ ਉਹ ਔਨ ਕਰ ਦਿੰਦੇ, ਐਂਡਰੋਇਡ ਤੇ ਡਾਊਨਲੋਡ ਕਰਨੀ ਪੈਂਦੀ ਸੀ, ਪਰ ਇੰਨੇ ਜ਼ਿਆਦਾ ਲੋਕਾਂ ਨੇ ਡਾਊਨਲੋਡ ਨਹੀਂ ਕੀਤੀ ਸੋ ਜਾਂ ਫਿਰ ਸੈਟਿੰਗ ਔਨ ਨਹੀਂ ਕੀਤੀ ਤਾਂ ਫਿਰ ਉਹ ਇੰਨਾ ਜ਼ਿਆਦਾ ਚੱਲੀ ਨਹੀਂ। ਤੇ ਨਾਲ ਹੀ ਜਦੋਂ ਐਕਚੁਅਲੀ ਉਹ ਐਪ 'ਚ ਉਹ ਸਿਰਫ ਇੱਦਾਂ ਚੱਲਦੀ ਹੈ ਜੇ ਤੁਸੀਂ ਆਪ ਨੋਟੀਫਾਈ ਕਰੋ, ਜੇ ਤੁਸੀਂ ਟੈਸਟ ਪੋਜ਼ਿਟਿਵ ਕੀਤਾ ਹੈਗਾ ਆ ਫਿਰ ਤੁਹਾਨੂੰ ਇੱਕ ਨੰਬਰ ਉਹ ਐਪ 'ਚ ਹੈਗਾ ਕਿ ਜਿੱਥੇ ਫੋਨ ਕਰਕੇ ਦੱਸਣਾ ਪੈਂਦਾ ਕਿ ਮੈਂ ਪੋਜ਼ਿਟਿਵ ਕੀਤਾ, ਫਿਰ ਉਹ ਤੁਹਾਨੂੰ ਇੱਕ ਲਿੰਕ ਜਿਹਾ ਦਿੰਦੇ, ਇੱਕ ਨੰਬਰ ਦਿੰਦੇ ਹੋਰ ਹੈ ਨਾ, ਜਿਹੜਾ ਤੁਹਾਨੂੰ ਫੋਨ 'ਚ ਪਾਉਣਾ ਪੈਂਦਾ, ਫਿਰ ਤੁਸੀਂ ਬਾਕੀਆਂ ਨੂੰ ਫਿਰ ਅਲਰਟ ਕਰ ਸਕਦੇ ਕਿ ਤੁਸੀਂ ਪੋਜ਼ਿਟਿਵ ਆ। ਪਰ ਇੰਨੇ ਜ਼ਿਆਦਾ ਲੋਕਾਂ ਨੇ ਕੀਤਾ ਨਹੀਂ। ਇਟਸ ਅ ਸੈਲਫ ਡਿਕਲੇਰੇਸ਼ਨ ਰਾਈਟ? ਹਾਂਜੀ, ਸੈਲਫ ਡਿਕਲੇਰੇਸ਼ਨ ਮੈਨੂੰ ਨਹੀਂ ਲੱਗਦਾ ਕਿ ਲੋਕ ਆਪਣੇ ਆਪ ਨੂੰ ਡਿਕਲੇਅਰ ਕਰਨਾ ਪਸੰਦ ਕਰਦੇ ਨੇ, ਜਦ ਕਿ ਕਰਨਾ ਚਾਹੀਦਾ। ਹਾਂਜੀ, ਕਰਨਾ ਚਾਹੀਦਾ। ਥੋੜਾ ਬਹੁਤਾ ਡਰ ਵੀ ਆ ਜਾਂਦਾ ਲੋਕਾਂ ਨੂੰ ਕਿ ਓਕੇ ਲੋਕਾਂ ਨੇ ਕਿ, ਪਰ ਡਰ ਤੋਂ ਇਲਾਵਾ ਵੀ ਆਈ ਥਿੰਕ ਇਵਨ ਦ ਇਨਫੋਰਮੇਸ਼ਨ ਇੰਨਾ ਜ਼ਿਆਦਾ ਨਹੀਂ ਰਾਈਟ ਫੈਲੇ ਕਿ ਓਕੇ ਕਿੱਦਾਂ ਕਰਨਾ, ਜਦਕਿ ਤਾਂ ਉੱਪਰੋਂ ਲੋਕੀ ਬਸ ਕਰਦੇ ਨਹੀਂ। ਦੂਸਰਾ ਇਹਦੇ ਚ ਮੈਨੂੰ ਇਹ ਵੀ ਲੱਗਦਾ ਕਿ ਗਵਰਨਮੈਂਟ ਉਸ ਤਰੀਕੇ ਨਾਲ ਨੂੰ ਪਬਲਿਸਾਈਜ਼ ਨਹੀਂ ਕਰ ਸਕੀ, ਪਬਲਿਸਿਟੀ ਇਹਨੂੰ ਦੇ ਨਹੀਂ ਸਕੀ ਜਿਸ ਹਿਸਾਬ ਨਾਲ ਉਹਨੂੰ ਕਰਨਾ ਚਾਹੀਦਾ ਸੀ। ਸਹੀ, ਹਾਂਜੀ, ਮੈਨੂੰ ਵੀ ਇੱਦਾਂ ਲੱਗਦਾ ਕਿਉਂਕਿ ਹੁਣ ਜਦੋਂ ਉਹ ਨਿਊਜ਼ ਤੋਂ ਬਾਅਦ ਰਾਈਟ ਹੈ ਨਾ ਹਫ਼ਤੇ ਕੁ ਚੱਲੀ ਤਾਂ ਫਿਰ ਉਸ ਤੋਂ ਬਾਅਦ ਜਿੱਦਾਂ ਉਹਦੀ ਨਿਊਜ਼ ਹੀ ਮਰ ਗਈ ਹੈ ਰਾਈਟ ਹੈ ਨਾ, ਉਹਨੂੰ ਬਾਅਦ ਚ ਦੇਖਣ ਨਹੀਂ ਮਿਲਿਆ ਕਿ ਓਕੇ ਕੀ ਆ ਡੇਟਾ ਉਹਦਾ ਕੀ ਆ, ਕਿਸੇ ਪਤਾ ਹੀ ਨਹੀਂ, ਕਿਤੇ ਆਨਲਾਈਨ ਹੈ ਹੀ ਨਹੀਂ ਹਾਂਜੀ ਕਿਤੇ ਵੀ ਤੁਹਾਨੂੰ ਨਹੀਂ ਮਿਲਦਾ ਉਹਦਾ ਡੇਟਾ ਵੀ ਆ ਕਿੰਨਿਆਂ ਨੇ ਡਾਊਨਲੋਡ ਕੀਤੀ ਹੈ ਜਾਂ ਕਿਸੇ ਨੂੰ ਜਾਂ ਤੁਹਾਡੇ ਆਪਣੇ ਸਰਕਲ 'ਚ ਕੋਈ ਬੰਦਾ ਮਿਲੇ। ਮੇਰੀ ਤਾਂ ਜਿਹਦੇ ਨਾਲ ਵੀ ਗੱਲ ਹੋਈ ਹੈ ਕਿਸੇ ਨੂੰ ਪਤਾ ਹੀ ਨਹੀਂ ਸੀ ਐਪ ਬਾਰੇ, ਮੈਂ ਦੱਸਿਆ ਹਾਂਜੀ ਸਾਨੂੰ ਐਪ ਬਾਰੇ ਪਤਾ ਵਾ ਲੇਕਿਨ ਇਹ ਕਿੱਦਾਂ ਡਾਊਨਲੋਡ ਹੋਣੀ ਆ, ਕੀ ਕਰਨਾ ਵਾ ਇਹਦੇ 'ਚ ਡਾਊਨਲੋਡ। ਮੈਂ ਕਾਫੀਆਂ ਨੂੰ ਕਰਵਾਈ ਵੀ ਆ, ਕਈਆਂ ਦੇ ਸੈਟਿੰਗਸ 'ਚ ਜਾ ਕੇ ਔਨ ਵੀ ਕੀਤੀ ਹੈ ਕਿਉਂਕਿ ਉਹਦੇ 'ਚ ਕੀ ਆ ਕਿ ਉਹਦੀ ਸੇਫਟੀ ਹੈ, ਮੇਰੀ ਵੀ ਸੇਫਟੀ ਹੈ। ਜੇ ਮੈਂ ਇਦਾਂ ਦੇਖ ਕੇ ਚੱਲੂ, ਇਦਾਂ 'ਚ ਹੋਰ ਦੇਖ ਕੇ ਲੋਕ ਚੱਲਦੇ ਨੇ ਤੇ ਡੈਫੀਨੇਟਲੀ ਅਸੀਂ ਉਹਦੇ 'ਚ ਕੁਝ ਨਾ ਕੁਝ ਕਰ ਸਕਦੇ ਹਾਂ। ਲੇਕਿਨ ਮੈਨੂੰ ਲੱਗਦਾ ਵੀ ਗਵਰਨਮੈਂਟ ਨੇ ਹੀ ਇੱਕ ਵਾਰ ਸ਼ੁਰੂ ਕੀਤੀ ਆ, ਉਸ ਤੋਂ ਬਾਅਦ ਇੱਥੇ ਜ਼ੋਰ ਲਾਇਆ ਹੀ ਨਹੀਂ ਵੀ ਐਪ ਨੂੰ ਕਿਸੇ ਤਰੀਕੇ ਵੀ ਇਹਨੂੰ ਪਬਲਿਸਾਈਜ਼ ਕੀਤਾ ਜਾਵੇ, ਪਬਲਿਸਿਟੀ ਇਹਦੀ ਕੀਤੀ ਜਾਵੇ। ਹਾਂਜੀ, ਸੋ ਗਵਰਨਮੈਂਟ ਵੱਲੋਂ ਵੀ ਥੋੜਾ ਢਿੱਲਾ ਰਹਿ ਗਿਆ, ਪਰ ਆਪਣੇ ਵੱਲੋਂ ਆਪਾਂ ਜਨਰਲ ਪਬਲਿਕ ਵੱਲੋਂ ਵੀ ਆਪਾਂ ਇੰਨਾ ਜ਼ਿਆਦਾ ਬਾਰੇ ਲੋਕਾਂ ਨੇ ਕੀਤਾ ਨਹੀਂ, ਬਟ ਹਲੇ ਵੀ ਅਸੀਂ ਰეკਮੈਂਡ ਕਰਦੇ ਹਾਂ ਜੇ ਤੁਸੀਂ ਔਨ ਕਰ ਸਕਦੇ, ਡਾਊਨਲੋਡ ਕਰ ਸਕਦੇ ਤੁਸੀਂ ਕਰੋ ਰਾਈਟ ਹੈ ਨਾ। ਜੇ ਤੁਸੀਂ ਕਦੀ ਕੋਵਿਡ ਪੋਜ਼ਿਟਿਵ ਹੋ ਫਿਰ ਤੁਸੀਂ ਸੈਲਫ ਡਿਕਲੇਅਰ ਕਰੋ ਕਿ ਹਾਂਜੀ ਅਸੀਂ ਹੈਗੇ ਹਾਂ। ਫਿਰ ਜਿਹੜੇ ਵੀ ਤੁਹਾਡੇ ਸੰਪਰਕ ਵਿੱਚ ਹੋਏ ਸੀਗੇ ਪਿਛਲੇ 2 ਦਿਨਾਂ 'ਚ ਤੁਹਾਡੇ ਲੱਛਣ ਆਉਣ ਤੋਂ ਪਹਿਲਾਂ ਰਾਈਟ ਹੈ ਨਾ, ਤਾਂ ਫਿਰ ਉਹਨਾਂ ਨੂੰ ਵੀ ਪਤਾ ਲੱਗ ਜਾਣ, ਫਿਰ ਉਹ ਜਾ ਕੇ ਆਪਣਾ ਟੈਸਟ ਕਰ ਸਕਦੇ ਆ। ਬਿਲਕੁਲ, ਇਸ ਐਪ ਦੇ ਵਿੱਚ ਮੈਂ ਵੀ ਦੱਸਣਾ ਚਾਹੁੰਦਾ ਵੀ ਤੁਸੀਂ ਆਪਣੀ ਜਿਹੜੀ ਰਿਪੋਰਟ ਆ ਉਹ ਵੀ ਅਪਲੋਡ ਕਰ ਸਕਦੇ ਹੋ, ਉਹਨੂੰ ਅਪਲੋਡ ਕਰ ਸਕਦੇ ਹੋ। ਇਹਦੇ 'ਚ ਸ਼ਰਮ ਵਾਲੀ ਕੋਈ ਗੱਲ ਨਹੀਂ ਹੈਗੀ। ਕਾਰਨ ਹੈ ਕਿ ਜੇ ਤੁਸੀਂ ਪੋਜ਼ਿਟਿਵ ਹੋ ਗਏ ਹੋ ਤੇ ਉਹਦੇ ਤੋਂ ਤੁਸੀਂ ਹੋਰ ਲੋਕਾਂ ਨੂੰ ਕਿੰਨੇ ਲੋਕਾਂ ਨੂੰ ਬਚਾ ਸਕਦੇ ਹੋ ਜੇ ਤੁਸੀਂ ਐਪ ਦੇ ਵਿੱਚ ਨੋਟੀਫਾਈ ਕਰ ਦਿੰਦੇ ਹੋ। ਔਰ ਜੇ ਉਹਦਾ ਮੈਸੇਜ ਦੂਜਿਆਂ ਨੂੰ ਮਿਲ ਜਾਂਦਾ ਤੇ ਉਹ ਵੀ ਕੁਆਰੰਟਾਈਨ ਹੋ ਸਕਦੇ ਜਿਹੜੇ ਤੁਹਾਡੇ 2-4 ਦਿਨਾਂ 'ਚ ਮਿਲੇ ਹੋਣਗੇ, ਔਰ ਕਈਆਂ ਨੂੰ ਤੁਸੀਂ ਉਹ 'ਚ ਬਚਾ ਸਕਦੇ ਹੋ। ਖੁਦ ਤਾਂ ਤੁਸੀਂ ਕੁਆਰੰਟਾਈਨ ਹੈਗੇ ਆ ਜਾਂ ਤੁਸੀਂ ਟ੍ਰੀਟਮੈਂਟ ਲੈ ਰਹੇ ਹੋ, ਤੇ ਇਹ ਐਪ ਜ਼ਰੂਰ ਡਾਊਨਲੋਡ ਕਰੋ। ਅਸੀਂ ਇੱਕ ਵਾਰ ਫਿਰ ਰਿਕੁਐਸਟ ਕਰਦੇ ਹਾਂ ਕਿ ਸੀਏ ਨੋਟੀਫਾਈ ਕਰਕੇ ਕੈਲੀਫੋਰਨੀਆ ਸਟੇਟ ਨੇ ਇੱਕ ਐਪ ਕੱਢੀ ਹੈ ਜਿਹੜੀ ਕਿ
ਨੋਟੀਫਾਈ ਕਰੇਗੀ ਤੁਹਾਨੂੰ ਵੀ ਤੁਸੀਂ ਕਿਸੇ ਪੋਜ਼ਿਟਿਵ ਦੇ ਕੰਟੈਕਟ ਵਿੱਚ ਤਾਂ ਨਹੀਂ ਆਏ। ਹਾਂ, ਬਿਲਕੁਲ ਪ੍ਰਾਈਵੇਸੀ ਦਾ ਬਹੁਤ ਧਿਆਨ ਰੱਖਿਆ ਗਿਆ, ਬਿਲਕੁਲ ਕਿਸੇ ਦਾ ਨਾਮ ਨਹੀਂ ਆਏਗਾ, ਕਿਸੇ ਦਾ ਨੰਬਰ ਨਹੀਂ ਆਏਗਾ, ਕੁਝ ਕਿਤੇ ਪਤਾ ਨਹੀਂ ਲੱਗੇਗਾ ਵੀ ਕਿਹਨੂੰ ਮਿਲੇ ਆ ਔਰ ਕੌਣ ਤੁਹਾਨੂੰ ਦੇਖ ਰਿਹਾ ਜਾਂ ਕੁਝ ਇਦਾਂ ਦਾ ਨਹੀਂ ਹੈਗਾ। ਉਹਨੂੰ ਦੇਖਦੇ ਹੋ ਤੁਸੀਂ ਇਹ ਐਪ ਜ਼ਰੂਰ ਡਾਊਨਲੋਡ ਕਰੋ। ਇੱਕ ਵੇਲਾ ਹੋ ਗਿਆ ਜੀ ਬ੍ਰੇਕ ਲੈਣ ਦਾ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ, ਕਿਤੇ ਜਾਈਓ ਨਾ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਸਾਡੇ ਨਾਲ ਨਵਦੀਪ ਕੌਰ ਨੇ, ਜਿਹੜੇ ਕਿ ਕੋਵਿਡ-19 ਮੁਹਿੰਮ ਦੇ ਵਿੱਚ ਜਿਹੜਾ ਫ੍ਰੈਸਨੋ ਕਾਉਂਟੀ ਨਾਲ ਮਿਲ ਕੇ, ਜਕਾਰਾ ਮੂਵਮੈਂਟ ਦੇ ਨਾਲ ਮਿਲ ਕੇ ਵਲੰਟੀਅਰ ਵਰਕ ਕਰ ਰਹੇ ਨੇ। ਟੈਸਟਿੰਗ ਸਾਈਟਸ ਤੇ ਜਾਂਦੇ ਨੇ, ਲੋਕਾਂ ਨੂੰ ਜੇ ਪੰਜਾਬੀ ਵਿੱਚ ਸਮਝਾਉਣਾ ਪਵੇ ਸਮਝਾਉਂਦੇ ਨੇ। ਉਸ ਤੋਂ ਬਾਅਦ ਜਿਹੜੀ ਚੇਨ ਟ੍ਰੇਸਿੰਗ ਆ ਵੀ ਕਿੱਥੋਂ ਆਇਆ ਜਾਂ ਕਿੱਥੇ ਅੱਗੇ ਕਿਹਨੂੰ ਹੋ ਸਕਦਾ, ਉਹ ਵੀ ਕੰਮ ਕਰਦੇ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਵਿਡ-19 ਦੇ ਜਿਹੜੇ ਕੇਸਿਸ ਨੇ ਉਹ ਡੇ ਬਾਈ ਡੇ ਵੱਧ ਰਹੇ ਨੇ ਔਰ ਪਰ ਡੇ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਸਾਹਮਣੇ ਆਉਣ ਲੱਗ ਪਈ ਹੈ। ਅਮਰੀਕਾ ਦੇ ਵਿੱਚ ਜਿਹੜੀ ਆ 1,12,000 ਤੋਂ ਜ਼ਿਆਦਾ ਨਵੇਂ ਕੇਸਿਸ ਇੱਕ ਦਿਨ 'ਚ ਸਾਹਮਣੇ ਆਏ ਨੇ, ਜਿਹੜੀ ਕਿ ਬਹੁਤ ਵੱਡੀ ਗਿਣਤੀ ਹੈ। ਇਹ ਗਿਣਤੀ ਕਿਉਂ ਵੱਧ ਰਹੀ ਹੈ? ਤੁਸੀਂ ਕੀ ਸਮਝਦੇ ਹੋ ਵੀ ਗਿਣਤੀ ਇੰਨੀ ਜ਼ਿਆਦਾ? ਕਿਉਂਕਿ ਜਦੋਂ ਸਟਾਰਟ ਹੋਇਆ ਸੀ ਔਰ ਜਦੋਂ ਪੀਕ ਤੇ ਚਲੇ ਗਏ ਮਿਡ ਜੁਲਾਈ ਆਈ ਥਿੰਕ ਸੋ, ਉਦੋਂ ਵੀ ਇੰਨੀ 72-73,000 ਦੀ ਗਿਣਤੀ ਤੱਕ ਹੀ ਸੀ। ਸਹੀ, ਹੁਣ ਤਾਂ 1,12,000 ਦੀ ਡੇਲੀ ਦੀ ਗਿਣਤੀ ਆ ਰਹੀ। ਹਾਂਜੀ, ਸੋ ਆਈ ਮੀਨ ਆਪਣੇ ਜਿਹੜੇ ਅਮਰੀਕਾ 'ਚ ਆਪਾਂ 21 ਮਿਲੀਅਨ ਕੇਸਿਸ ਤੋਂ ਪਾਸ ਹੋ ਗਏ ਆ, ਰਾਈਟ, ਹੈ ਨਾ। ਸੋ ਕਾਫੀ ਜ਼ਿਆਦਾ ਆ। ਤੇ ਆਪਣੇ ਕੈਲੀਫੋਰਨੀਆ 'ਚ ਵੀ 2.4 ਮਿਲੀਅਨ ਤੋਂ ਵੱਧ ਗਏ ਆ। ਤੇ ਕੈਲੀਫੋਰਨੀਆ 'ਚ ਅਲੋਨ, ਰਾਈਟ, ਹੈ ਨਾ, ਅਰਾਊਂਡ 45,000 ਕੇਸਿਸ ਨਵੇਂ ਇੱਕ ਦਿਨ ਦੇ ਆਉਣ ਰਹੇ ਆ ਪਰ ਡੇ, ਹੈ ਨਾ, 45,000 ਜਾਂ ਆਪਣੇ ਸਟੇਟ 'ਚ। ਪਰ ਗੱਲ ਇਹ ਆ ਕਿ ਇਹ ਵਧੀ ਕਿਉਂ ਆ? ਇੱਕ ਆਪਣਾ ਕਾਫੀ ਰੀਜ਼ਨਸ ਆ। ਦੇਖੋ, ਜਦੋਂ ਆਪਾਂ ਪਹਿਲਾਂ ਕੋਵਿਡ ਸ਼ੁਰੂ ਹੋਇਆ ਸੀ, ਸਾਰੇ ਜਣੇ ਬਹੁਤ ਡਰੇ ਵੀ ਸੀਗੇ ਕਿਉਂਕਿ ਮਾਸਕ ਪਾ ਕੇ ਰੱਖਣਾ, ਘਰ ਰਹਿਣਾ, ਰਾਈਟ, ਹੈ ਨਾ। ਫਿਰ ਜਦੋਂ ਆਪਣਾ ਹੋ ਗਿਆ ਇਲੈਕਸ਼ਨ ਦੇ ਟਾਈਮ ਜਾਂ ਫਿਰ ਥੈਂਕਸਗਿਵਿੰਗ ਦੇ ਟਾਈਮ, ਬਹੁਤ ਜ਼ਿਆਦਾ ਲੋਕੀ ਫਟੀਗ 'ਚ ਵੀ ਆ ਗਏ, ਰਾਈਟ, ਹੈ ਨਾ, ਕਿ ਓਕੇ ਆਹ ਕਿੰਨਾ ਕੁ ਚਿਰ ਚੱਲੀ ਜਾਣਾ। ਤਾਂ ਫਿਰ ਬਾਹਰ ਜਾਣ ਲੱਗ ਪਏ, ਗੈਦਰਿੰਗ ਜਾਣ ਲੱਗ ਪਏ। ਆਪਾਂ ਦੇਖੇ ਸੀ ਜਦੋਂ ਥੈਂਕਸਗਿਵਿੰਗ ਹੋਇਆ ਉਹ ਤੋਂ ਯੂਜਲੀ ਕੇਸਿਸ ਹਫ਼ਤੇ 2 ਹਫ਼ਤੇ ਬਾਅਦ ਰਾਈਜ਼ ਹੁੰਦੇ ਦੇਖਦੇ ਹੁੰਦੇ, ਰਾਈਟ, ਹੈ ਨਾ, ਤੁਹਾਡੇ ਜਦੋਂ ਲੱਛਣ ਆਉਣ ਲੱਗਦੇ ਆ। ਤੇ ਫਿਰ ਉਹ ਉਦੋਂ ਦੇਖੇ। ਤਾਂ ਹੁਣ ਜਦੋਂ ਥੈਂਕਸਗਿਵਿੰਗ ਹੋ ਕੇ ਹਟਿਆ ਆ, ਆਈ ਮੀਨ ਸੌਰੀ, ਥੈਂਕਸਗਿਵਿੰਗ ਨਹੀਂ, ਕ੍ਰਿਸਮਸ ਹੋ ਕੇ ਹਟਿਆ ਆ ਹੁਣ ਤਾਂ, ਹੈ ਨਾ। ਐਂਡ ਦੈਨ ਕ੍ਰਿਸਮਸ ਤੋਂ ਬਾਅਦ ਵੀ ਹਫ਼ਤਾ ਕੁ ਬਾਅਦ ਕਿੰਨੇ ਕੇਸਿਸ ਵੱਧ ਗਏ ਆ। ਆਪਣੇ ਕੇਸਿਸ ਫਿਰ ਦੁਬਾਰਾ 30,000 ਦੇ ਕੋਲ ਸੀਗੇ। ਜਿੱਦਾਂ ਮੈਂ ਨੰਬਰਸ ਦੇਖਣ ਰਹੀ ਸੀ, ਦਸੰਬਰ 30 ਤੇ ਆਪਣੇ ਕੈਲੀਫੋਰਨੀਆ 'ਚ 27,000 ਕੇਸਿਸ ਸੀਗੇ ਦਿਨ ਦੇ। ਦਸੰਬਰ 31 ਨੂੰ ਹੋ ਗਏ ਆ 47,000। ਕਿਉਂਕਿ ਨਿਊ ਈਅਰ ਤਾਂ ਹਲੇ ਆਇਆ ਵੀ ਨਹੀਂ ਜਿੱਦਾਂ ਉਹ, ਕਿਉਂਕਿ ਥੈਂਕਸਗਿਵਿੰਗ, ਆਈ ਮੀਨ ਸੌਰੀ, ਕ੍ਰਿਸਮਸ ਦਾ ਹੀ ਆ, ਰਾਈਟ, ਹੈ ਨਾ। ਆਪਣਾ 20,000 ਕੇਸਿਸ ਵੱਧ ਗਏ ਆ ਇੱਕ ਦਿਨ 'ਚ। ਤਾਂ ਹੁਣ ਜਦੋਂ ਨਿਊ ਈਅਰ ਦਾ ਆ, ਹੁਣ ਉਹਦੇ 'ਤੇ ਵੀ ਗੈਦਰਿੰਗ ਹੋਈ ਹੋਣੇ। ਸੋ ਲੋਕੀ ਬਹੁਤ ਜ਼ਿਆਦਾ ਫਟੀਕ ਕਰਕੇ ਗੈਦਰ ਕਰਨ ਲੱਗ ਪਏ ਆ, ਰਾਈਟ। ਆਪਾਂ ਮਾਸਕ ਨਹੀਂ ਪਾਉਂਦੇ, ਆਪਾਂ ਘੱਟ 'ਚ ਹੁੰਦੇ ਆ। ਤਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ, ਕਿਉਂਕਿ ਜਿਨ੍ਹਾਂ ਨੂੰ ਕੋਵਿਡ ਹੁੰਦਾ ਆ 40% ਤਾਂ ਉਹ ਏਸਿਮਟੋਮੈਟਿਕ ਲੋਕ ਹੁੰਦੇ। ਏਸਿਮਟੋਮੈਟਿਕ ਦਾ ਮਤਲਬ ਕਿ ਜਿਨ੍ਹਾਂ ਨੂੰ ਲੱਛਣ ਨਹੀਂ ਆਉਂਦੇ ਪਰ ਉਹ ਕੋਵਿਡ ਪੋਜ਼ਿਟਿਵ ਹੁੰਦੇ ਆ। ਤਾਂ ਜਿਨ੍ਹਾਂ ਨੂੰ ਜੇ ਲੱਛਣ ਨਾ ਆਵੇ, ਜੇ ਕਹਿ ਲਓ ਮੈਂ ਕੋਵਿਡ ਪੋਜ਼ਿਟਿਵ ਤਾਂ ਮੈਨੂੰ ਨਾ ਆਵੇ, ਤਾਂ ਮੈਨੂੰ ਪਤਾ ਹੀ ਨਹੀਂ ਹੋਣਾ। ਤਾਂ ਮੈਂ ਫਿਰ ਸੋਚਣਾ ਕਿ ਮੈਂ ਤਾਂ ਠੀਕ ਆ, ਰਾਈਟ। ਫਿਰ ਮੈਂ ਆਪਣੇ ਦੋਸਤਾਂ ਕੋਲ ਜਾਈ ਜਾਣਾ, ਮੈਂ ਆਪਣੇ ਪਰਿਵਾਰ ਕੋਲ ਜਾਈ ਜਾਣਾ, ਇੱਦਾਂ ਹੀ ਉਹਨਾਂ ਨੂੰ ਦੇ ਦੇਣਾ। ਤਾਂ ਗਾਹਾਂ ਉਹਨਾਂ ਕਿਸੇ ਨੂੰ ਸ਼ਾਇਦ ਅੱਗੇ ਤੋਂ ਅੱਗੇ ਹੋਈ ਜਾਂਦਾ, ਰਾਈਟ। ਚੇਨ ਜਿੱਦਾਂ ਵੱਧਦੀ ਰਹਿੰਦੀ ਆ। ਆਪਣੇ ਸਾਰੇ ਪਰਿਵਾਰ 'ਚ 4 ਜਾਣੇ ਜੀ ਹੁੰਦੇ, 2 ਨਾਲ ਆਪਾਂ ਕੰਮ ਕਰਦੇ ਆ, 2 ਕੋਈ ਫਰੈਂਡ ਹੁੰਦੇ, ਇੱਦਾਂ ਹੀ 50 ਜਾਣੇ ਆਪਣੇ ਸਰਕਲ 'ਚ ਆ ਜਾਂਦੇ। ਸੋ ਇਹ ਆਪਣੀ ਦੇਖਣ ਦੀ ਜ਼ਰੂਰਤ ਆ। ਇੱਕ ਹੋਰ ਗੱਲ, ਜਦੋਂ 2 ਹਫ਼ਤੇ ਪਹਿਲਾਂ ਆਪਣੀ ਅਮਰੀਕਾ ਦੀ ਜਿਹੜੀ ਪਾਪੂਲੇਸ਼ਨ ਆ, ਆਬਾਦੀ ਆ, ਇਹ ਹੈਗੀ ਆ 3.3 ਮਿਲੀਅਨ ਟੋਟਲ, ਹੈ ਨਾ। ਤਾਂ ਆਪਾਂ ਹੁਣ ਪੂਰੇ ਦੇਸ਼ 'ਚ 2 ਹਫ਼ਤੇ ਪਹਿਲਾਂ 330,000 ਮੌਤਾਂ ਹੋ ਗਈਆਂ ਆ, ਰਾਈਟ, ਹੈ ਨਾ। ਇਹਦਾ ਮਤਲਬ ਹੁਣ ਤਾਂ ਇਸ ਵਕਤ 360,000 ਇੱਦਾਂ ਆ, ਹੈ ਨਾ। ਪਰ ਮੈਂ ਇਹ ਪੁਆਇੰਟ ਕਰਨਾ ਚਾਹੁੰਦੀ ਹਾਂ, ਇਹਦਾ ਮਤਲਬ ਇਹ ਆ ਕਿ 1000 'ਚੋਂ 1 ਬੰਦਾ ਮਰ ਚੁੱਕਾ ਆ। 1 ਸਾਲ ਵੀ ਨਹੀਂ ਹਲੇ ਹੋਇਆ ਤਾਂ 1000 'ਚੋਂ 1 ਬੰਦਾ ਮਰ ਚੁੱਕਾ ਆ, ਰਾਈਟ, ਹੈ ਨਾ। ਐਂਡ ਇਹ ਕਾਫੀ ਵੱਡੀ ਡੀਲ ਆ। ਆਪਾਂ ਸੋਚਦੇ ਕਿ ਆਪਾਂ ਨੂੰ ਨਹੀਂ ਕੁਛ ਹੋਣਾ, ਜਾਂ ਫਿਰ ਆਪਾਂ, ਹੈ ਨਾ, ਜਿੱਦਾਂ ਮੌਤ ਤੋਂ ਇੱਦਾਂ ਲਾਈਕ ਡਰਦੇ ਨਹੀਂ ਜਾਂ ਫਿਰ ਕੁਛ, ਹੈ ਨਾ। ਪਰ ਉਹਨਾਂ 'ਚੋਂ ਕਿੰਨੇ ਜ਼ਿਆਦਾ ਪੰਜਾਬੀ ਵੀ ਹੋ ਗਏ, ਆਪਣੇ ਦੇਸੀ ਹੋ ਗਏ, ਹੈ ਨਾ। ਇਹ 'ਚ ਮੈਂ ਕਹਿੰਦਾ ਵੀ ਕੋਈ ਹੋਵੇ, ਜਾਨ ਤਾਂ ਗਈ, 1 ਜਾਨ ਗਈ। ਹਾਂਜੀ। ਔਰ 1 ਜਾਨ ਜਾਣ ਦਾ ਮਤਲਬ ਇਹ ਨਹੀਂ ਵੀ 1 ਗਿਆ, ਹਾਂਜੀ, ਉਹਦੇ ਪੂਰੇ ਪਰਿਵਾਰ ਤੇ ਅਸਰ ਆਉਂਦਾ। ਸਹੀ ਗੱਲ। ਯਾ ਪੂਰੇ ਪਰਿਵਾਰ ਤੇ ਸਿਰਫ ਮੈਂਟਲ ਅਸਰ ਨਹੀਂ। ਜੇ ਆਪਾਂ ਇਹ ਸੋਚਣ ਲੱਗ ਪਈਏ ਨਾ ਕਿ ਵੀ 1 ਬੰਦਾ ਗਿਆ ਨਾ,
ਪੂਰੇ ਪਰਿਵਾਰ ਤੇ ਉਹਦਾ ਅਸਰ ਪੈਂਦਾ। ਇਸ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ। ਔਰ ਦੂਸਰੀ ਗੱਲ ਹੈ ਜਿਹੜਾ ਹੁਣ ਜਿਹੜਾ ਨਵਾਂ ਸਟ੍ਰੇਨ ਆ ਗਿਆ, ਜਿਹੜਾ ਬਟ ਨਵਾਂ ਆ ਗਿਆ UK ਵਾਲਾ, ਉਹ ਆਪਣੇ ਅਮਰੀਕਾ 'ਚ ਵੀ ਡਿਟੈਕਟ ਹੋ ਚੁੱਕਾ। ਹਾਂਜੀ 3 ਸਟੇਟਸ ਜਿਸ 'ਚ ਸਭ ਤੋਂ ਪਹਿਲਾਂ ਕੋਲੋਰਾਡੋ ਆ ਗਿਆ, ਫਿਰ ਕੈਲੀਫੋਰਨੀਆ ਔਰ ਫਲੋਰੀਡਾ। 3 ਸਟੇਟਸ ਦੇ ਵਿੱਚ ਆ ਗਿਆ। ਹਾਲਾਂਕਿ ਗਿਣਤੀ ਚਾਹੇ ਥੋੜੀ ਹੈ ਲੇਕਿਨ ਉਹ ਥੋੜੀ ਗਿਣਤੀ ਨਹੀਂ। ਡਾਕਟਰ ਫਾਊਚੀ ਨੇ ਕਲੀਅਰ ਕਰ ਦਿੱਤਾ, ਗਵਰਨਰ ਨਾਲ ਡਿਸਕਸ਼ਨ ਦੇ ਵਿੱਚ ਉਹਨਾਂ ਨੇ ਕਲੀਅਰ ਕਰਤਾ ਵੀ ਇਹਦੇ 'ਚ ਹੈਰਾਨ ਹੋਣ ਵਾਲੀ ਗੱਲ ਨਹੀਂ ਹੈਗੀ ਵੀ ਤੁਹਾਡੇ ਆ ਗਿਆ, ਹਾਂਜੀ ਆਪਣੇ ਅਮਰੀਕਾ 'ਚ ਆ ਗਿਆ, ਆਉਣਾ ਹੀ ਆ। ਬਾਕੀ ਕੰਟਰੀਜ਼ ਦੇ ਵਿੱਚ ਚਲਾ ਗਿਆ। ਤੇ ਜਿੰਨੀ ਤੁਸੀਂ ਗਿਣਤੀ ਦੱਸਦੇ ਆ ਵੀ ਇਹ ਇੱਕ ਕੇਸ, 2 ਕੇਸ, 3 ਕੇਸ, ਇਹ ਮੇ ਬੀ ਮੋਰ, ਹਾਂਜੀ ਮੇ ਬੀ ਮੋਰ, ਹੈ ਨਾ। ਤੇ ਨਵੇਂ ਸਟ੍ਰੇਨ ਬਾਰੇ ਕੀ ਕਹਿਣਾ ਚਾਹੁੰਦੇ ਦੱਸਣਾ? ਹਾਂਜੀ ਸੋ ਜਿਹੜਾ ਨਵਾਂ ਸਟ੍ਰੇਨ ਆ ਉਹ ਹੈਗਾ 70% ਕੰਟੇਜੀਅਸ ਜ਼ਿਆਦਾ, ਰਾਈਟ ਹੈ ਨਾ। ਸੋ ਇਹਦਾ ਮਤਲਬ ਕਿ ਉਹ 70% ਜ਼ਿਆਦਾ ਫੈਲ ਜਾਂਦਾ ਆ, ਜਲਦੀ ਫੈਲਦਾ ਤਾਂ ਲੋਕਾਂ ਨੂੰ ਇਹਦਾ ਛੇਤੀ ਜਿੱਦਾਂ ਮਿਲ ਜਾਂਦਾ। ਤੋ ਉਹਦੇ ਨਾਲ ਇਹ ਗੱਲ ਆ, ਇਹ ਉਹ ਸਟ੍ਰੇਨ ਜਿਹੜਾ ਆ ਇਹਦਾ ਉਹ ਮੌਤ ਨਹੀਂ ਉਹਨਾਂ ਜ਼ਿਆਦਾ ਹੁੰਦੀ ਜਾਂ ਫਿਰ ਸਿੱਕ ਜ਼ਿਆਦਾ ਨਹੀਂ ਹੁੰਦੇ, ਉਹ ਤਾਂ ਸੇਮ ਹੀ ਆ ਜਿੱਦਾਂ ਪਹਿਲਾਂ। ਪਰ ਜੇ ਤੁਹਾਨੂੰ 70% ਜ਼ਿਆਦਾ ਪਾਪੂਲੇਸ਼ਨ ਛੇਤੀ ਫੈਲ ਜਾਂਦਾ ਆ, ਉਨੇ ਜ਼ਿਆਦਾ ਲੋਕੀ ਬਿਮਾਰ ਹੋ ਗਏ, ਉਨੇ ਜ਼ਿਆਦੀਆਂ ਫਿਰ ਗਾਹਾਂ ਮੌਤਾਂ ਹੋਣੀਆਂ, ਉਨੇ ਜ਼ਿਆਦਾ ਆਪਣੇ ਹਸਪੀਟਲ ਵੀ ਫੁੱਲ ਹੋਣੇ ਆ। ਜਿਹੜੇ ਆਪਣੇ ਹੈਲਥ ਵਰਕਰਸ ਆ, ਜਿਹੜੇ ਬਹੁਤ ਜ਼ਿਆਦਾ ਆਪਣੇ ਪੰਜਾਬੀ ਡਾਕਟਰ ਤਾਂ ਨਰਸਾਂ ਆ, ਉਹਨਾਂ ਉੱਪਰ ਵੀ ਦਬਾਅ ਪੈਣਾ ਆ, ਰਾਈਟ ਹੈ ਨਾ, ਉਹ ਬਰਡਨ। ਤੇ ਨਾਲ ਹੀ ਉਨੇ ਜ਼ਿਆਦਾ ਹੀ ਫਿਰ ਗਾਹਾਂ ਲੌਂਗ ਟਰਮ ਇਫੈਕਟਸ ਵੀ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਕਿ ਹਾਂਜੀ ਇਹ ਇਕੱਲਾ ਕੋਵਿਡ ਦੀ ਰਿਸਰਚ ਚੱਲਣ ਰਹੀ ਆ ਇਸ ਵਕਤ ਕਿ ਆਪਣੇ ਜਿਹੜੇ ਲੰਗਸ ਉੱਪਰ, ਹਾਰਟ ਉੱਪਰ, ਤਾਂ ਆਪਣੇ ਇਵਨ ਦਿਮਾਗ ਉੱਪਰ ਜਿਹੜਾ ਇਫੈਕਟ ਪੈਣ ਰਿਹਾ ਆ ਕੋਵਿਡ ਦਾ, ਰਾਈਟ, ਵਾਇਰਸ ਹੁੰਦਾ, ਉਹ ਲੌਂਗ ਟਰਮ ਕੀ ਹੋਣ ਰਿਹਾ ਆ, ਰਾਈਟ ਹੈ ਨਾ। ਸੋ ਉਹਦੇ ਉੱਪਰ ਰਿਸਰਚ ਚੱਲਣ ਰਹੀ ਆ। ਸੋ ਇਹ ਜਿਹੜਾ ਸਟ੍ਰੇਨ ਆ ਆਪਾਂ ਨੂੰ ਸਿਰਫ ਇਹ ਦੱਸਦਾ ਆ ਕਿ ਆਪਾਂ ਮਾਸਕ ਪਾ ਕੇ ਰੱਖੀਏ, ਹੋਰ ਜ਼ਿਆਦਾ ਆਪਾਂ ਘਰ ਰਹੀਏ, ਰਾਈਟ। ਆਪਾਂ ਗੈਦਰਿੰਗ ਸਾਵਧਾਨੀ ਜ਼ਿਆਦਾ ਵਰਤੋ। ਸਹੀ। ਆਪਾਂ ਬਿਲਕੁਲ ਨਾ ਭੁਲਾ ਗਏ ਵੀ ਕੋਵਿਡ ਵੀ ਕੋਈ ਚੀਜ਼ ਹੈ, ਕਿਉਂਕਿ ਫਰੀਵੇ ਦੇਖ ਲਓ ਫੁੱਲ ਹੈ, ਟ੍ਰੈਫਿਕ ਫੁੱਲ ਹੈ। ਹਾਂ ਤੁਹਾਨੂੰ ਜ਼ਰੂਰੀ ਹੈ, ਜ਼ਰੂਰਤ ਹੈਗੀ ਹੈ ਤੇ ਗਵਰਨਮੈਂਟ ਤੁਹਾਨੂੰ ਕਹਿੰਦੀ ਨਹੀਂ ਕਿਤੇ ਨਾ ਜਾਓ, ਜ਼ਰੂਰੀ ਕੰਮ ਲਈ ਜ਼ਰੂਰ ਜਾਓ, ਲੇਕਿਨ ਜੇ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਤਾਂ ਗੈਦਰਿੰਗਸ ਨਾ ਕਰੋ, ਬਾਹਰ ਨਾ ਨਿਕਲੋ। ਜਿੰਨਾ ਘਰ ਰਹੋਗੇ ਓਨਾ ਬਚਾਅ ਹੋਏਗਾ। ਔਰ ਇਹਦੇ 'ਚ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਵੈਕਸੀਨ ਜਿਹੜੀ ਹੈ, ਜਿਹੜੇ ਕਿ ਇਨਕਾਰ ਕਰ ਰਹੇ, ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ। ਵੈਕਸੀਨ ਜ਼ਰੂਰ ਲਗਾਉਣੀ ਚਾਹੀਦੀ। ਆਪਾਂ ਨੂੰ ਤਾਂ ਹਲੇ ਜਨਰਲ ਪਬਲਿਕ ਨੂੰ ਜਾ ਕੇ ਸਮਰ ਟਾਈਮ ਦੇ ਕੋਲ ਵੈਕਸੀਨ ਨਾ ਆਊਗੀ, ਰਾਈਟ ਹੈ ਨਾ। ਪਰ ਜਦੋਂ ਵੀ ਆਊਗੀ, ਤੁਹਾਡੀ ਵਾਰੀ ਆਊਗੀ, ਚਾਂਸ ਆਊਗਾ, ਤੁਸੀਂ ਜ਼ਰੂਰ ਲੈ ਆਓ, ਕਿਉਂਕਿ ਇਹ ਅਗੇਨ ਆਪਾਂ 70% ਪਾਪੂਲੇਸ਼ਨ ਦਾ ਹੋ ਕੇ ਫਿਰ ਹਰਡ ਇਮਿਊਨਿਟੀ ਬਣਨੀ ਆ। ਵੈਕਸੀਨ ਦੇ ਜਿਹੜੇ ਲੋਕੀ ਇੱਦਾਂ ਫੈਲਦੇ ਆ ਮਿਸ ਇਨਫੋਰਮੇਸ਼ਨ, ਉਹਨਾਂ ਤੋਂ ਫਾਲੋ ਨਾ ਕਰੋ। ਜੇ ਕੋਈ ਸਵਾਲ ਆ ਤੁਸੀਂ ਸਾਨੂੰ ਫੋਨ ਕਰ ਸਕਦੇ ਆ, ਤੁਸੀਂ ਡਾਕਟਰਸ ਨੂੰ ਪੁੱਛ ਸਕਦੇ ਆ ਆਪਣਿਆਂ ਨੂੰ, ਰਾਈਟ ਹੈ ਨਾ, ਐਂਡ ਉਹ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦੇ ਸਕਦੇ ਆ। ਪਰ ਇਟਸ ਵੈਰੀ ਇੰਪੋਰਟੈਂਟ ਕਿ ਆਪਾਂ ਵੈਕਸੀਨ ਲਵਾਈਏ, ਟੀਕਾ ਲਵਾਈਏ ਤਾਂ ਆਪਣੀ ਜਾਨ ਨੂੰ ਬਚਾਈਏ। ਸ਼ੁਕਰੀਆ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲੇ ਹਫਤੇ ਹੋਰ ਨਵੀਂ ਚਰਚਾ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸੋ ਮੈਂ ਜਾਂਦੇ ਇੱਕ ਵਾਰ ਜ਼ਰੂਰ ਕਹੂੰਗਾ ਕਿ ਕੋਵਿਡ-19 ਤੋਂ ਬਚੋ, ਜਿੰਨਾ ਬਚਾਅ ਕਰ ਸਕਦਾ ਮੈਂ ਕਰੋ। ਮਾਸਕ ਜ਼ਰੂਰ ਪਾਓ। ਮਾਸਕ ਸਿਰਫ ਤੁਹਾਨੂੰ ਨਹੀਂ ਬਚਾਉਂਦਾ, ਜਿਹੜੇ ਤੁਹਾਡੇ ਨਾਲ ਦੇ ਲੋਕ ਆ ਉਹਨਾਂ ਨੂੰ ਵੀ ਬਚਾਉਂਦਾ। ਔਰ ਮਾਸਕ ਪਾਉਣਾ ਕੋਈ ਬੁਰੀ ਗੱਲ ਨਹੀਂ ਹੈ, ਕਿਉਂਕਿ ਤੁਸੀਂ ਆਪਣੀ ਸਿਹਤ, ਆਪਣੇ ਪਰਿਵਾਰ ਦੀ ਸਿਹਤ ਦਾ ਖੁਦ ਧਿਆਨ ਰੱਖਣਾ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਣਾ। ਸਾਡਾ ਪਤਾ ਹੈ feedback@ptcnetwork.com। ਅਗਲੇ ਹਫਤੇ ਨਵੇਂ ਵਿਸ਼ੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।